ਬੱਚਿਓ 6ਵੀਂ ਜਮਾਤ ਪੰਜਾਬੀ ਦੂਜੀ ਭਾਸ਼ਾ ਦੀ ਕਿਤਾਬ ਵਿੱਚ ਦਰਜ 11ਵਾਂ ਪਾਠ ਤੀਆਂ ਦਾ ਤਿਉਹਾਰ। ਬੱਚਿਓ ਆਓ ਇਹ ਪਾਠ ਪੜ੍ਹਦੇ ਹਾਂ। ਤੀਆਂ ਦਾ ਤਿਉਹਾਰ ਵਰਖਾ ਰੁੱਤ ਨਾਲ ਸੰਬੰਧਿਤ ਇੱਕ ਖੁਸ਼ੀਆਂ ਭਰਿਆ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ। ਇਸ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਸਾਵੇ ਦਾ ਭਾਵ ਹੁੰਦਾ ਹੈ ਬੇਟਾ ਹਰਾ, ਤੇ ਸਾਵਿਆਂ ਦਾ ਤਿਉਹਾਰ ਯਾਨੀ ਆਸ-ਪਾਸ ਸਾਡਾ ਚੌਗਿਰਦਾ ਹੈ ਜਿਹੜਾ ਉਹ ਹਰਾ ਭਰਾ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਨਾਲ ਇਹ ਹਰਿਆਲੀ ਦਾ ਤਿਉਹਾਰ ਹੈ। ਇਸ ਨੂੰ ਹਿੰਦੀ ਵਿੱਚ ਹਰਿਆਲੀ ਤੀਜ ਵੀ ਕਿਹਾ ਜਾਂਦਾ ਹੈ, ਤੇ ਇਸ ਨੂੰ ਸਾਵਣ ਦੀ ਤੀਜ ਹਿੰਦੀ ਵਿੱਚ ਤੇ ਸਾਉਣ ਮਹੀਨੇ ਦੀ ਤੀਜ ਪੰਜਾਬੀ ਵਿੱਚ ਤੇ ਤੀਆਂ ਦੇ ਤਿਉਹਾਰ ਨਾਲ ਇਹ ਤਿਉਹਾਰ ਜਾਣਿਆ ਜਾਂਦਾ ਹੈ। ਬ੍ਰਜ ਭਾਸ਼ਾ ਦੇ ਵਿੱਚ ਮਥੁਰਾ ਬ੍ਰਿੰਦਾਵਨ ਦੇ ਇਲਾਕੇ ਦੇ ਵਿੱਚ ਇਸ ਨੂੰ ਸਾਵਣ ਕੇ ਝੂਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਸਾਵਣ ਦੇ ਵਿੱਚ ਝੂਲੇ ਪੈਂਦੇ ਹੈ, ਭਾਵ ਕਿ ਜਿਹੜੀਆਂ ਪੀਂਘਾਂ ਹੈ ਉਹ ਝੂਟੀਆਂ ਜਾਂਦੀਆਂ ਤੇ ਬੱਚੇ, ਲੜਕੀਆਂ, ਕੁੜੀਆਂ ਔਰ ਸਾਰੇ ਇਸ ਦਾ ਆਨੰਦ ਮਨਾਉਂਦੇ ਹਨ। ਚਲੋ ਅੱਗੇ ਪੜ੍ਹਦੇ ਹਾਂ ਪਾਠ। ਇਸ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਧਰਤੀ ਵੀ ਸਾਵੇ ਰੰਗ ਦਾ ਵੇਸ ਧਾਰਨ ਕਰਦੀ ਹੈ, ਭਾਵ ਹਰੇ ਰੰਗ ਦਾ ਵੇਸ। ਸਾਰੀ ਧਰਤੀ ਹੈ ਹਰੀ ਭਰੀ ਹੋ ਜਾਂਦੀ ਹੈ। ਪੰਜਾਬ ਦੇ ਹਰ ਪਿੰਡ ਵਿੱਚ ਤੀਆਂ ਦਾ ਤਿਉਹਾਰ ਬੜੀਆਂ ਰੀਝਾਂ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਜੇਠ ਹਾੜ ਦੀਆਂ ਧੁੱਪਾਂ ਨਾਲ ਲੂਸੀ ਹੋਈ ਧਰਤੀ ਨੂੰ ਸਾਉਣ ਦੇ ਮੀਂਹ ਦੀਆਂ ਫੁਹਾਰਾਂ ਠੰਡੀਆਂ ਕਰਦੀਆਂ ਹਨ। ਧਰਤੀ ਵੀ ਹਰੀ ਭਰੀ ਹੋ ਜਾਂਦੀ ਹੈ। ਧਰਤੀ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੁੰਦੀਆਂ ਧਰਤੀ ਦੀਆਂ ਧੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਧਰਤੀ ਦੀਆਂ ਧੀਆਂ ਭਾਵ ਬੇਟੀਆਂ। ਤੀਆਂ ਮੁੱਖ ਤੌਰ ਤੇ ਕੁੜੀਆਂ ਦਾ ਤਿਉਹਾਰ ਹੈ। ਤੀਆਂ ਤੋਂ ਕੁਝ ਦਿਨ ਪਹਿਲਾਂ ਵਿਆਹੀਆਂ ਹੋਈਆਂ ਕੁੜੀਆਂ ਨੂੰ ਉਹਨਾਂ ਦੇ ਭਰਾ ਸਹੁਰਿਆਂ ਤੋਂ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਪਿੰਡ ਦੀਆਂ ਨੂੰਹਾਂ ਆਪਣੇ ਪੇਕੇ ਤੀਆਂ ਮਨਾਉਣ ਵਾਸਤੇ ਜਾਂਦੀਆਂ ਹਨ ਅਤੇ ਵਿਛੜੀਆਂ ਹੋਈਆਂ ਸਹੇਲੀਆਂ ਫਿਰ ਮਿਲਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੀਆਂ ਹਨ। ਜੇ ਕਿਸੇ ਕਾਰਨ ਧੀ ਪੇਕੇ ਨਾ ਆ ਸਕੇ ਤਾਂ ਉਸ ਨੂੰ ਸੰਧਾਰਾ ਭੇਜਿਆ ਜਾਂਦਾ ਹੈ। ਸੰਧਾਰੇ ਵਿੱਚ ਕੱਪੜੇ, ਗੁੜ, ਗੁਲਗੁਲੇ ਵਗੈਰਾ ਭੇਜੇ ਜਾਂਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਕਹਿੰਦੇ ਨੇ ਇੰਦਰ ਨੇ ਧਰਤੀ ਤੇ ਸੰਧਾਰਾ ਭੇਜਿਆ ਹੈ। ਤੀਆਂ ਵਿੱਚ ਹਾਰ ਸ਼ਿੰਗਾਰ ਦਾ ਖਾਸ ਸਥਾਨ ਹੈ। ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ। ਮਹਿੰਦੀ ਲਾ ਕੇ ਕੁੜੀਆਂ ਹੱਥਾਂ ਨੂੰ ਸ਼ਿੰਗਾਰਦੀਆਂ ਹਨ। ਇਹ ਵੇਖ ਕੇ ਖੁਸ਼ ਹੁੰਦੀਆਂ ਹਨ ਕਿ ਕਿਸ ਦੇ ਜ਼ਿਆਦਾ ਰੰਗ ਚੜ੍ਹਿਆ ਹੈ। ਬਾਹਾਂ ਭਰ ਭਰ ਕੇ ਚੂੜੀਆਂ ਚੜਾਈਆਂ ਜਾਂਦੀਆਂ ਹਨ। ਛਣ ਛਣ ਕਰਦੀਆਂ ਰੰਗ ਬਿਰੰਗੀਆਂ ਚੂੜੀਆਂ ਦਾ ਸੰਗੀਤ ਮੁਟਿਆਰਾਂ ਨੂੰ ਅਕਹਿ ਖੁਸ਼ੀ ਪ੍ਰਦਾਨ ਕਰਦਾ ਹੈ। ਜਦੋਂ ਚਮਕਾਂ ਮਾਰਦੇ ਨਵੇਂ ਨਵੇਂ ਕੱਪੜੇ ਪਹਿਨ ਕੇ, ਸੋਹਣੇ ਸਿਰ ਗੁੰਦਾ ਕੇ, ਸੱਗੀ ਫੁੱਲ, ਹਾਰ ਹਮੇਲਾਂ, ਝੁਮਕੇ, ਛਾਪਾਂ, ਛੱਲੇ ਅਤੇ ਛਣ ਛਣ ਕਰਦੀਆਂ ਪੰਜੇਬਾਂ ਪਾ ਕੇ ਮੁਟਿਆਰਾਂ ਇਕੱਠੀਆਂ ਹੋ ਕੇ ਨਿਕਲਦੀਆਂ ਹਨ ਤਾਂ ਪਰੀਆਂ ਤੋਂ ਘੱਟ ਨਹੀਂ ਦਿਸਦੀਆਂ। ਚਿਹਰਿਆਂ ਦਾ ਰੰਗ ਤੀਆਂ ਦੀ ਖੁਸ਼ੀ ਨਾਲ ਸਵੇਰ ਦੀ ਲਾਲੀ ਵਾਂਗ ਸੰਧੂਰੀ ਭਾ ਮਾਰਦਾ ਹੈ। ਇਸ ਤਰ੍ਹਾਂ ਕੁੜੀਆਂ ਪਹਿਨ ਪੱਚਰ ਕੇ, ਬਣ ਫੱਬ ਕੇ ਤੀਆਂ ਵਿੱਚ ਆ ਰੌਣਕਾਂ ਲਾਉਂਦੀਆਂ ਹਨ। ਇੱਥੇ ਆ ਕੇ ਆਜ਼ਾਦੀ ਅਨੁਭਵ ਕਰਦੀਆਂ ਹਨ। ਨਾ ਚੁੱਲ੍ਹੇ ਚੌਂਕੇ ਦਾ ਫਿਕਰ, ਨਾ ਸੱਸ ਦੀਆਂ ਝਿੜਕਾਂ ਦਾ ਡਰ। ਗਿੱਧੇ ਦਾ ਖੂਬ ਰੰਗ ਬੰਨ੍ਹਿਆ ਜਾਂਦਾ ਹੈ। ਸਭੇ ਮੁਟਿਆਰਾਂ ਦੇ ਪੈਰ ਥਿਰਕਦੇ ਹਨ। ਜਿਵੇਂ ਕਿ ਬੋਲੀ ਵੀ ਹੈ, ਤੀਆਂ ਤੀਜ ਦੀਆਂ, ਨੱਚਣ ਸਭ ਮੁਟਿਆਰਾਂ। ਕੁੜੀਆਂ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ। ਬੋਲੀਆਂ ਦਾ ਅਖੰਡ ਬੱਚਿਓ ਭਾਵ ਲਗਾਤਾਰ, ਬੇਰੋਕ ਪ੍ਰਵਾਹ ਚੱਲਦਾ ਹੈ। ਪ੍ਰਵਾਹ ਹੁੰਦਾ ਹੈ ਵਹਾਓ। ਕੀ ਮਜਾਲ ਜੇ ਬੋਲੀ ਟੁੱਟਣ ਦੇਣ। ਇਹਨਾਂ ਬੋਲੀਆਂ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਸਤਰੰਗੀ ਪੀਂਘ ਦੀ ਤਰ੍ਹਾਂ ਸਮਾਏ ਹੁੰਦੇ ਹਨ। ਨੱਚਦੀਆਂ ਕੁੜੀਆਂ ਮੀਂਹ ਦੇ ਛਰਾਟਿਆਂ ਦੀ ਪਰਵਾਹ ਨਹੀਂ ਕਰਦੀਆਂ। ਮੁਟਿਆਰਾਂ ਇਹਨਾਂ ਠੰਡੀਆਂ ਫੁਹਾਰਾਂ ਦਾ ਆਨੰਦ ਮਾਣਦੀਆਂ ਹਨ ਤੇ ਕੁਝ ਇਸ ਤਰ੍ਹਾਂ ਬੋਲੀ ਚੁੱਕਦੀਆਂ ਹਨ। ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਠੰਡੀਆਂ ਪੈਣ ਫੁਹਾਰਾਂ, ਨੱਚ ਲੈ ਮੋਰਨੀਏ, ਪੰਜ ਪਤਾਸੇ ਵਾਰਾਂ, ਨੱਚ ਲੈ ਮੋਰਨੀਏ। ਗਿੱਧੇ ਤੋਂ ਇਲਾਵਾ ਪੀਂਘਾਂ ਝੂਟਣ ਦਾ ਵੀ ਵੱਖਰਾ ਹੀ ਆਨੰਦ ਹੁੰਦਾ ਹੈ। ਕੁੜੀਆਂ ਇੱਕ ਦੂਜੀ ਤੋਂ ਵੱਧ ਚੜ੍ਹ ਕੇ ਪੀਂਘਾਂ ਚੜ੍ਹਾਉਂਦੀਆਂ ਹਨ। ਕੋਈ ਇਕੱਲੀ ਪੀਂਘ ਝੂਟਦੀ ਹੈ ਤੇ ਕੋਈ ਦੋ ਜਣੀਆਂ ਰਲ ਕੇ ਪੀਂਘ ਅਸਮਾਨੀ ਚੜ੍ਹਾ ਦਿੰਦੀਆਂ ਹਨ।
ਪੀਂਘਾਂ ਝੂਟਦੀਆਂ ਕੁੜੀਆਂ ਦੇ ਗਹਿਣਿਆਂ ਦੀ ਛਣਕਾਰ ਅਨੋਖਾ ਰੰਗ ਬੰਨ੍ਹਦੀ ਹੈ। ਪੀਂਘ ਝੁਟੇਂਦੀ ਦੇ ਝੁਮਕੇ ਲੈਣ ਹੁਲਾਰੇ। ਇਸ ਤਰ੍ਹਾਂ ਗਿੱਧੇ ਅਤੇ ਪੀਂਘ ਦੇ ਹੁਲਾਰਿਆਂ ਦਾ ਆਨੰਦ ਮਾਣਦਿਆਂ ਤੀਆਂ ਦੇ ਵਿਦਾ ਹੋਣ ਦਾ ਦਿਨ ਆ ਪੁੱਜਦਾ ਹੈ। ਇਸ ਦਿਨ ਮੇਲੇ ਵਰਗੀ ਰੌਣਕ ਹੁੰਦੀ ਹੈ। ਇੱਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਵਹੁਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਬੱਚਿਓ, ਇਹ ਕੁੜੀਆਂ ਨਾਟਕ ਦੇ ਰੂਪ ਵਿੱਚ ਇਹ ਵਿਆਹ ਰਚਾਉਂਦੀਆਂ ਹਨ, ਜਿਹਦੇ ਵਿੱਚ ਸਾਰੇ ਜਿਹੜੇ ਰੋਲ ਹੈ ਉਹ ਆਪਸ 'ਚ ਰਲ ਕੇ ਲੜਕੀਆਂ ਹੀ ਕਰਦੀਆਂ। ਕੁੜੀਆਂ ਮੂੰਹ ਨਾਲ ਵਾਜੇ ਵਜਾਉਂਦੀਆਂ ਹਨ। ਠਿੱਕਰੀਆਂ ਦੇ ਪੈਸਿਆਂ ਦੀ ਸੁੱਟ ਕੀਤੀ ਜਾਂਦੀ ਹੈ। ਜੰਝ ਦੀ ਵਿਦਾਇਗੀ ਵੇਲੇ, ਜੰਝ ਭਾਵ ਬਾਰਾਤ ਦੀ ਵਿਦਾਇਗੀ ਵੇਲੇ ਕੁੜੀਆਂ ਦੀ ਇੱਕ ਟੋਲੀ ਜੰਝ ਦਾ ਰਾਹ ਰੋਕ ਲੈਂਦੀ ਹੈ ਤੇ ਜੰਝ ਤੋਂ ਡੋਲਾ ਖੋਹਦੀ ਹੈ। ਡੋਲਾ ਖੋਹਣਾ ਜਾਂ ਲੁੱਟ ਮਚਾਉਣੀ ਤੀਆਂ ਦੀ ਅੰਤਿਮ ਰਸਮ ਹੈ, ਜੋ ਸ਼ਾਇਦ ਪਹਿਲੇ ਵੇਲਿਆਂ ਦੀਆਂ ਘਟਨਾਵਾਂ ਦੀ ਸੂਚਕ ਹੈ। ਇਸ ਰੀਤ ਤੋਂ ਪਿੱਛੋਂ ਕੁੜੀਆਂ ਗੀਤ ਗਾਉਂਦੀਆਂ ਅਤੇ ਆਪਣੇ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ ਅਸੀਸਾਂ ਦਿੰਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ। ਸੁੱਖ ਵਸਦੀ ਬਾਬਾ ਜੀ ਤੁਹਾਡੀ ਨਗਰੀ ਸੁੱਖ ਵਸਦੀ, ਇਸ ਤਰ੍ਹਾਂ ਦੇ ਗੀਤ ਲੜਕੀਆਂ ਗਾਉਂਦੀਆਂ ਹਨ। ਇਸ ਤਰ੍ਹਾਂ ਤੀਆਂ ਦਾ ਇਹ ਰੌਣਕਾਂ ਭਰਿਆ ਤਿਉਹਾਰ ਹਰ ਸਾਲ ਹਾਸੇ ਖੇੜੇ ਵੰਡਦਾ ਹੈ। ਇਹ ਤਿਉਹਾਰ ਵਰਖਾ ਰੁੱਤ ਕਾਰਨ ਮੌਲੀ ਹੋਈ ਸਰਸਬਜ਼ ਧਰਤੀ ਦੇ ਅਸਰ ਹੇਠ ਮਨੁੱਖ ਦੇ ਛਲਕਦੇ ਹੋਏ ਜਜ਼ਬਿਆਂ ਦਾ ਪ੍ਰਗਟਾਵਾ ਹੈ। ਵਰਖਾ ਰੁੱਤ ਕਾਰਨ ਮੌਲੀ ਹੋਈ ਭਾਵ ਭਰਪੂਰ ਹੋਈ ਸਰਸਬਜ਼ ਯਾਨੀ ਹਰ ਪਾਸੇ ਜਦੋਂ ਹਰਿਆਲੀ ਹੋਵੇ ਤਾਂ ਉਸਨੂੰ ਸਰਸਬਜ਼ ਕਿਹਾ ਜਾਂਦਾ ਹੈ। ਸਬਜ਼ ਵੀ ਹਰੇ ਰੰਗ ਨੂੰ ਕਿਹਾ ਜਾਂਦਾ ਹੈ। ਇਸ ਤਿਉਹਾਰ ਵਿੱਚ ਜ਼ਿੰਦਗੀ ਧੜਕਦੀ ਹੈ ਅਤੇ ਆਪਸੀ ਪਿਆਰ ਅਤੇ ਸਾਂਝਾਂ ਇਸ ਨਾਲ ਹੋਰ ਪੱਕੀਆਂ ਹੁੰਦੀਆਂ ਹਨ। ਬੱਚਿਓ, ਪਾਠ ਪੜ੍ਹਨ ਉਪਰੰਤ ਹੁਣ ਵਾਰੀ ਹੈ ਪਾਠ ਅਭਿਆਸ ਦੀ। ਆਓ ਪਾਠ ਅਭਿਆਸ ਕਰਦੇ ਹਾਂ। ਪਹਿਲਾ ਹੈ ਬਹੁ ਵਿਕਲਪੀ ਪ੍ਰਸ਼ਨ। ਇਸ ਵਿੱਚੋਂ ਊੜਾ ਪ੍ਰਸ਼ਨ ਹੈ, ਤੀਆਂ ਦਾ ਤਿਉਹਾਰ ਕਿਹੜੀ ਰੁੱਤ ਦਾ ਤਿਉਹਾਰ ਹੈ? ਸਾਡੇ ਕੋਲੇ ਵਿਕਲਪ ਹਨ, ਗਰਮੀ ਦੀ ਰੁੱਤ ਦਾ, ਸਰਦੀ ਦੀ ਰੁੱਤ ਦਾ ਤੇ ਤੀਸਰਾ ਹੈ ਵਰਖਾ ਰੁੱਤ ਦਾ। ਹਾਂ ਬੱਚਿਓ, ਇਹ ਵਰਖਾ ਰੁੱਤ ਦਾ ਤਿਉਹਾਰ ਹੈ। ਆੜਾ ਪ੍ਰਸ਼ਨ ਹੈ, ਤੀਆਂ ਦਾ ਤਿਉਹਾਰ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ? ਪਹਿਲੀ ਨੂੰ, ਤੀਜ ਨੂੰ, ਦੂਜ ਨੂੰ। ਬੱਚਿਓ, ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀ ਇਹ ਤਿਉਹਾਰ ਸਾਵਣ ਮਹੀਨੇ ਦੀ ਜਾਂ ਸਾਉਣ ਮਹੀਨੇ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਤੀਸਰਾ ਹੈ, ਇਸ ਤਿਉਹਾਰ ਦਾ ਹੋਰ ਕਿਹੜਾ ਨਾਂ ਹੈ? ਬੱਚਿਓ, ਇਸ ਦੇ ਮੈਂ ਤੁਹਾਨੂੰ ਇਲਾਕਿਆਂ ਮੁਤਾਬਕ ਅਲੱਗ-ਅਲੱਗ ਨਾਮ ਪਹਿਲਾਂ ਦੱਸ ਚੁੱਕਾ ਹਾਂ। ਇਸ ਨੂੰ ਕੁੜੀਆਂ ਦਾ ਤਿਉਹਾਰ ਕਹਿੰਦੇ ਹਨ, ਜਾਂ ਧਰਤੀ ਦੀਆਂ ਧੀਆਂ ਦਾ ਤਿਉਹਾਰ ਕਹਿੰਦੇ ਹਨ, ਜਾਂ ਸਾਵਿਆਂ ਦਾ ਤਿਉਹਾਰ ਕਹਿੰਦੇ ਹਨ। ਬੱਚਿਓ, ਇਸ ਪ੍ਰਸ਼ਨ ਦੇ ਵਿੱਚ ਸਾਰੀਆਂ ਹੀ ਆਪਸ਼ਨਾਂ ਸਹੀ ਹਨ। ਜਿਹੜਾ ਤੀਆਂ ਹੈ ਇਹ ਕੁੜੀਆਂ ਦਾ ਤਿਉਹਾਰ ਹੈ, ਇਹ ਸਾਵਿਆਂ ਦਾ ਤਿਉਹਾਰ ਵੀ ਹੈ ਤੇ ਧਰਤੀ ਦੀਆਂ ਧੀਆਂ ਦਾ ਤਿਉਹਾਰ ਵੀ ਹੈ। ਕੋਈ ਵੀ ਇੱਕ ਆਪਸ਼ਨ, ਕੋਈ ਵੀ ਇੱਕ ਵਿਕਲਪ ਇਸ ਵਿੱਚ ਸਹੀ ਨਹੀਂ ਹੈ, ਸਾਰੇ ਹੀ ਸਹੀ ਹਨ। ਕੁੜੀਆਂ ਤੀਆਂ ਦੇ ਤਿਉਹਾਰ ਵਿੱਚ ਕੀ ਕਰਦੀਆਂ ਹਨ? ਇਸ ਪ੍ਰਸ਼ਨ ਦੇ ਵਿਕਲਪ ਹਨ, ਖੇਡਾਂ ਖੇਡਦੀਆਂ ਹਨ, ਪੀਂਘਾਂ ਝੂਟਦੀਆਂ ਹਨ, ਊੜਾ ਤੇ ਆੜਾ ਦੋਵੇਂ। ਤਾਂ ਬੱਚਿਓ, ਲਾਸਟ ਵਾਲਾ ਸਹੀ ਹੈ, ਊੜਾ ਤੇ ਆੜਾ ਦੋਵੇਂ ਸਹੀ ਹਨ। ਖੇਡਾਂ ਵੀ ਖੇਡਦੀਆਂ ਹਨ, ਪੀਂਘਾਂ ਵੀ ਝੂਟਦੀਆਂ ਹਨ। ਅਗਲਾ ਪ੍ਰਸ਼ਨ ਹੈ, ਕੁੜੀਆਂ ਤੀਆਂ ਵਿੱਚ ਕਿਸ ਤਰ੍ਹਾਂ ਅਨੁਭਵ ਕਰਦੀਆਂ ਹਨ? ਚੁੱਲ੍ਹੇ ਚੌਂਕੇ ਦਾ ਡਰ, ਸੱਸ ਦੀਆਂ ਝਿੜਕਾਂ ਦਾ ਡਰ, ਜਾਂ ਫਿਰ ਆਜ਼ਾਦੀ ਦਾ ਅਨੁਭਵ। ਬਿਲਕੁਲ ਠੀਕ ਹੈ ਬੱਚਿਓ, ਲਾਸਟ ਵਾਲਾ ਆਏਗਾ। ਇਸ ਦਾ ਵਿਕਲਪ ਹੈ ਆਜ਼ਾਦੀ ਦਾ ਅਨੁਭਵ। ਬੱਚਿਓ, ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਇਹਨਾਂ ਵਿੱਚੋਂ ਪਹਿਲਾ ਪ੍ਰਸ਼ਨ ਹੈ, ਕੁੜੀਆਂ ਨੂੰ ਸੰਧਾਰੇ ਵਿੱਚ ਕੀ ਕੀ ਭੇਜਿਆ ਜਾਂਦਾ ਹੈ? ਬੱਚਿਓ, ਇਸ ਦਾ ਉੱਤਰ ਲਿਖੋ। ਕੁੜੀਆਂ ਨੂੰ ਸੰਧਾਰੇ ਵਿੱਚ ਕੱਪੜੇ, ਗੁੜ, ਗੁਲਗੁਲੇ ਅਤੇ ਹੋਰ ਸੁਗਾਤਾਂ ਸੰਧਾਰੇ ਵਿੱਚ ਭੇਜੀਆਂ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ ਬੱਚਿਓ, ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਆਉਂਦੀਆਂ ਹਨ? ਪਾਠ ਦੇ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਆਪਣੇ ਪੇਕੇ ਆਉਂਦੀਆਂ ਹਨ। ਬੱਚਿਓ, ਇਸ ਤਰ੍ਹਾਂ ਦੇ ਜਿਹੜੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੁੰਦੇ ਆ ਉਹ ਬਹੁ ਵਿਕਲਪੀ ਪ੍ਰਸ਼ਨਾਂ ਤੋਂ ਅਲੱਗ ਹੁੰਦੇ ਆ।
ਇਸ ਲਈ ਤੁਸੀਂ ਕਦੇ ਵੀ ਇਹਦਾ ਇਸ ਤਰ੍ਹਾਂ ਨਾਲ ਆਨਸਰ ਨਹੀਂ ਲਿਖਣਾ ਕਿ ਸਿਰਫ ਜਿਵੇਂ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਲਿਖਦੇ ਹੋ ਸਿਰਫ ਪੇਕੇ। ਪੇਕੇ ਕੋਈ ਪੂਰਾ ਉੱਤਰ ਨਹੀਂ ਹੈ, ਇਸ ਨੂੰ ਪੂਰਾ ਲਿਖਣਾ ਹੈ ਕਿ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਆਪਣੇ ਪੇਕੇ ਘਰ ਆਉਂਦੀਆਂ ਹਨ। ਪ੍ਰਸ਼ਨ ਹੈ, ਜਦੋਂ ਮੀਂਹ ਪੈਂਦਾ ਹੈ ਤਾਂ ਲੋਕੀ ਕੀ ਕਹਿੰਦੇ ਹਨ? ਬੱਚਿਓ, ਜਦੋਂ ਮੀਂਹ ਪੈਂਦਾ ਹੈ ਤਾਂ ਲੋਕੀ ਕਹਿੰਦੇ ਹਨ ਕਿ ਦੇਵਤੇ ਇੰਦਰ ਨੇ ਧਰਤੀ ਤੇ ਸੰਧਾਰਾ ਭੇਜਿਆ ਹੈ। ਠੀਕ ਹੈ ਬੱਚਿਓ, ਅਗਲਾ ਪ੍ਰਸ਼ਨ ਹੈ, ਤੀਆਂ ਵਿੱਚ ਕੁੜੀਆਂ ਕਿਵੇਂ ਰੰਗ ਬੰਨ੍ਹਦੀਆਂ ਹਨ? ਬੱਚਿਓ, ਇਸ ਦਾ ਉੱਤਰ ਹੋਵੇਗਾ, ਦੂਸਰੇ ਪ੍ਰਸ਼ਨਾਂ ਤੋਂ ਥੋੜਾ ਲੰਬਾ ਉੱਤਰ ਬਣੇਗਾ ਇਸ ਦਾ। ਕੁੜੀਆਂ ਤੀਆਂ ਵਿੱਚ ਪੀਂਘਾਂ ਝੂਟਦੀਆਂ ਹਨ, ਗਿੱਧਾ ਪਾਉਂਦੀਆਂ ਹਨ, ਰਲ ਮਿਲ ਕੇ ਖੁਸ਼ੀਆਂ ਮਨਾਉਂਦੀਆਂ ਹਨ ਅਤੇ ਇਸ ਤਰ੍ਹਾਂ ਕੁੜੀਆਂ ਗਿੱਧੇ ਦਾ ਖੂਬ ਰੰਗ ਬੰਨ੍ਹਦੀਆਂ ਹਨ। ਬੱਚਿਓ, ਅਗਲਾ ਪ੍ਰਸ਼ਨ ਹੈ, ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਕਿਹੜੀ ਰਸਮ ਕਰਦੀਆਂ ਹਨ? ਬੱਚਿਓ, ਇਸ ਦਾ ਉੱਤਰ ਲਿਖੋ। ਕੁੜੀਆਂ ਤੀਆਂ ਦੇ ਤਿਉਹਾਰ ਦੇ ਅੰਤਿਮ ਦਿਨ ਇੱਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਵਹੁਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹਨ ਅਤੇ ਜੰਝ ਦੀ ਵਿਦਾਇਗੀ ਸਮੇਂ ਡੋਲਾ ਖੋਹਣਾ ਜਾਂ ਡੋਲਾ ਲੁੱਟਣਾ ਇਸ ਦੀ ਅੰਤਿਮ ਰਸਮ ਹੁੰਦੀ ਹੈ। ਬੱਚੋ, ਤੀਸਰਾ ਭਾਗ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਇਹਨਾਂ ਵਿੱਚੋਂ ਪਹਿਲਾ ਹੈ, ਤੀਆਂ ਦੇ ਤਿਉਹਾਰ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਕਿਉਂ? ਉੱਤਰ ਲਿਖੋ। ਤੀਆਂ ਦੇ ਤਿਉਹਾਰ ਨੂੰ ਸਾਵਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਕਿਉਂਕਿ ਸਾਵਣ ਮਹੀਨੇ ਵਿੱਚ ਧਰਤੀ ਸਾਵਾ ਭਾਵ ਹਰਾ ਵੇਸ਼ ਧਾਰਨ ਕਰਦੀ ਹੈ, ਭਾਵ ਹਰ ਪਾਸੇ ਹਰਿਆਵਲ ਹੋ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਵਿਛੜੀਆਂ ਹੋਈਆਂ ਸਹੇਲੀਆਂ ਕਿਵੇਂ ਮਿਲਦੀਆਂ ਹਨ? ਇਸ ਦਾ ਉੱਤਰ ਲਿਖੋ ਬੱਚਿਓ। ਵਿਆਹੀਆਂ ਹੋਈਆਂ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਸਹੁਰਿਆਂ ਤੋਂ ਪੇਕੇ ਆਉਂਦੀਆਂ ਹਨ। ਇਸ ਤਰ੍ਹਾਂ ਵਿਛੜੀਆਂ ਹੋਈਆਂ ਸਹੇਲੀਆਂ ਇੱਕ ਦੂਜੀ ਨੂੰ ਮਿਲਦੀਆਂ ਹਨ। ਤੀਸਰਾ ਪ੍ਰਸ਼ਨ ਹੈ, ਕੁੜੀਆਂ ਤੀਆਂ ਦਾ ਤਿਉਹਾਰ ਕਿਵੇਂ ਮਨਾਉਂਦੀਆਂ ਹਨ? ਉੱਤਰ ਲਿਖੋ ਬੱਚਿਓ। ਕੁੜੀਆਂ ਤੀਆਂ ਦਾ ਤਿਉਹਾਰ ਸੋਹਣੇ ਸਿਰ ਗੁੰਦਾ ਕੇ ਸੱਗੀ ਫੁੱਲ, ਹਾਰ ਹਮੇਲਾਂ, ਝੁਮਕੇ, ਛਾਪਾਂ, ਛੱਲੇ, ਛਣ ਛਣ ਕਰਦੀਆਂ ਰੰਗ ਬਿਰੰਗੀਆਂ ਚੂੜੀਆਂ, ਪੰਜੇਬਾਂ ਅਤੇ ਨਵੇਂ-ਨਵੇਂ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ, ਪੀਂਘਾਂ ਝੂਟਦੀਆਂ ਹੋਈਆਂ ਮਨਾਉਂਦੀਆਂ ਹਨ। ਚੌਥਾ ਪ੍ਰਸ਼ਨ ਹੈ ਬੱਚਿਓ, ਸਹੁਰੇ ਗਈ ਕੁੜੀ ਨੂੰ ਮਾਂ-ਬਾਪ ਸੰਧਾਰੇ ਵਿੱਚ ਕੀ ਕੁਝ ਭੇਜਦੇ ਹਨ? ਇਸ ਦਾ ਉੱਤਰ ਹੈ, ਸਹੁਰੇ ਗਈ ਕੁੜੀ ਨੂੰ ਸੰਧਾਰੇ ਵਿੱਚ ਮਾਂ-ਬਾਪ ਵੱਲੋਂ ਕੱਪੜੇ, ਗੁੜ, ਗੁਲਗੁਲੇ ਅਤੇ ਹੋਰ ਸੁਗਾਤਾਂ ਭੇਜੀਆਂ ਜਾਂਦੀਆਂ ਹਨ। ਪੰਜਵਾਂ ਪ੍ਰਸ਼ਨ ਹੈ ਬੱਚਿਓ, ਤੀਆਂ ਦੇ ਵਿਦਾ ਹੋਣ ਦੇ ਦਿਨ ਕੁੜੀਆਂ ਕੀ ਕਰਦੀਆਂ ਹਨ? ਇਸ ਦਾ ਉੱਤਰ ਹੈ, ਕੁੜੀਆਂ ਤੀਆਂ ਦੇ ਤਿਉਹਾਰ ਦੇ ਅੰਤਿਮ ਦਿਨ ਇੱਕ ਕੁੜੀ ਨੂੰ ਲਾੜਾ ਅਤੇ ਦੂਜੀ ਨੂੰ ਵਹੁਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹਨ। ਮੂੰਹ ਨਾਲ ਵਾਜੇ ਵਜਾਏ ਜਾਂਦੇ ਹਨ, ਠੀਕਰੀਆਂ ਅਤੇ ਪੱਤਿਆਂ ਦੇ ਪੈਸਿਆਂ ਦੀ ਸੁੱਟ ਕੀਤੀ ਜਾਂਦੀ ਹੈ ਅਤੇ ਜੰਝ ਦੀ ਵਿਦਾਇਗੀ ਸਮੇਂ ਡੋਲਾ ਖੋਹਣਾ ਜਾਂ ਡੋਲਾ ਲੁੱਟਣਾ ਤੀਆਂ ਦੀ ਅੰਤਿਮ ਰਸਮ ਹੁੰਦੀ ਹੈ। ਅੰਤ ਵਿੱਚ ਆਪਣੇ ਪੇਕੇ ਪਿੰਡ ਨੂੰ ਅਸੀਸਾਂ ਦਿੰਦੀਆਂ ਹੋਈਆਂ ਕੁੜੀਆਂ ਖੁਸ਼ੀ-ਖੁਸ਼ੀ ਘਰਾਂ ਨੂੰ ਪਰਤ ਜਾਂਦੀਆਂ ਹਨ। ਪਾਠ ਅਭਿਆਸ ਦਾ ਚੌਥਾ ਭਾਗ ਹੈ ਬੱਚੋ, ਵਾਕਾਂ ਵਿੱਚ ਵਰਤੋਂ। ਸਾਨੂੰ ਕੁਝ ਸ਼ਬਦ ਦਿੱਤੇ ਹਨ, ਅਸੀਂ ਇਹਨਾਂ ਦੇ ਵਾਕ ਬਣਾਉਣੇ ਹਨ। ਪਹਿਲਾ ਹੈ ਸੰਧਾਰਾ। ਸਹੁਰੇ ਘਰ ਤੋਂ ਕਿਸੇ ਕਾਰਨ ਪੇਕੇ ਨਾ ਆ ਸਕਣ ਵਾਲੀਆਂ ਧੀਆਂ ਨੂੰ ਮਾਪਿਆਂ ਵੱਲੋਂ ਤੀਆਂ ਦਾ ਸੰਧਾਰਾ ਭੇਜਿਆ ਜਾਂਦਾ ਹੈ। ਅਗਲਾ ਸ਼ਬਦ ਹੈ ਰੰਗ ਬਿਰੰਗੀਆਂ। ਇਸ ਦਾ ਵਾਕ ਹੋਵੇਗਾ, ਕੁੜੀਆਂ ਤੀਆਂ ਦੇ ਮੌਕੇ ਰੰਗ ਬਿਰੰਗੀਆਂ ਚੂੜੀਆਂ ਪਾਉਂਦੀਆਂ ਹਨ। ਅਗਲਾ ਸ਼ਬਦ ਹੈ ਅਕਹਿ ਖੁਸ਼ੀ। ਬੱਚੋ, ਅਕਹਿ ਖੁਸ਼ੀ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਖੁਸ਼ੀ ਮਨ 'ਚ ਸਮਾ ਨਾ ਰਹੀ ਹੋਵੇ, ਉਸ ਨੂੰ ਬਿਆਨ ਵੀ ਨਾ ਕੀਤਾ ਜਾ ਸਕਦਾ ਹੋਵੇ। ਇਸ ਦਾ ਵਾਕ ਹੋਵੇਗਾ, ਤੀਆਂ ਦਾ ਤਿਉਹਾਰ ਕੁੜੀਆਂ ਨੂੰ ਅਕਹਿ ਖੁਸ਼ੀ ਪ੍ਰਦਾਨ ਕਰਦਾ ਹੈ। ਅਗਲਾ ਸ਼ਬਦ ਹੈ ਸੰਧੂਰੀ। ਸੱਜ ਫੱਬ ਕੇ ਤੀਆਂ ਲਈ ਜਾਂਦੀਆਂ ਕੁੜੀਆਂ ਦਾ ਰੰਗ ਸੰਧੂਰੀ ਭਾ ਮਾਰਦਾ ਹੈ। ਅਗਲਾ ਸ਼ਬਦ ਹੈ ਪੰਜੇਬਾਂ। ਪੰਜੇਬਾਂ ਔਰਤਾਂ ਦੁਆਰਾ ਪੈਰਾਂ ਵਿੱਚ ਪਹਿਨਿਆ ਜਾਣ ਵਾਲਾ ਮਹੱਤਵਪੂਰਨ ਗਹਿਣਾ ਹੈ। ਬੱਚਿਓ, ਪੰਜਵਾਂ ਭਾਗ ਹੈ ਖਾਲੀ ਥਾਵਾਂ ਭਰੋ।
ਸਾਨੂੰ ਕੁਝ ਸ਼ਬਦ ਦਿੱਤੇ ਹਨ, ਇਹਨਾਂ ਨੂੰ ਵਰਤ ਕੇ ਅਸੀਂ ਖਾਲੀ ਸਥਾਨ ਭਰਨੇ ਹਨ। ਪਹਿਲਾ ਹੈ ਤੀਆਂ ਦਾ ਤਿਉਹਾਰ ਖਾਲੀ ਥਾਂ ਦਾ ਤਿਉਹਾਰ ਹੈ। ਇਸ ਵਿੱਚ ਆਏਗਾ ਵਰਖਾ ਰੁੱਤ। ਤੀਆਂ ਦਾ ਤਿਉਹਾਰ ਵਰਖਾ ਰੁੱਤ ਦਾ ਤਿਉਹਾਰ ਹੈ। ਦੂਸਰਾ ਹੈ ਤੀਜ ਤੋਂ ਪਹਿਲਾਂ ਖਾਲੀ ਥਾਂ ਨੂੰ ਮਹਿੰਦੀ ਲਾਈ ਜਾਂਦੀ ਹੈ। ਇੱਥੇ ਆਏਗਾ ਦੂਜ। ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ। ਤੀਸਰਾ ਹੈ ਨਿੱਕੀ ਨਿੱਕੀ ਕਣੀ ਦਾ ਖਾਲੀ ਥਾਂ ਵਰਸੇਂਦਾ। ਇੱਥੇ ਆਏਗਾ ਮੀਂਹ। ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ। ਇਸ ਤੋਂ ਬਾਅਦ ਪੀਂਗ ਝੁਟੇਂਦੀ ਦੇ ਖਾਲੀ ਥਾਂ ਲੈਣ ਹੁਲਾਰੇ। ਬੱਚਿਓ, ਇਹ ਇੱਕ ਬੋਲੀ ਦਾ ਹਿੱਸਾ ਹੈ ਜੋ ਇਸ ਪਾਠ ਦੇ ਵਿੱਚ ਆਇਆ ਹੈ। ਪਹਿਲਾਂ ਇੱਥੇ ਆਏਗਾ ਪੀਂਗ ਝੁਟੇਂਦੀ ਦੇ ਝੁਮਕੇ ਲੈਣ ਹੁਲਾਰੇ। ਖਾਲੀ ਥਾਂ ਵਿੱਚ ਆਖਰੀ ਹੈ ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ ਖਾਲੀ ਥਾਂ ਦਿੰਦੀਆਂ ਹਨ। ਬੱਚਿਓ, ਇੱਕ ਹੀ ਸ਼ਬਦ ਸਾਡੇ ਕੋਲ ਬਾਕੀ ਬਚਿਆ ਹੈ, ਉਹ ਹੈ ਅਸੀਸਾਂ। ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ ਅਸੀਸਾਂ ਦਿੰਦੀਆਂ ਹਨ। ਇਸ ਤੋਂ ਬਾਅਦ ਹੇਠ ਦਿੱਤੇ ਸ਼ਬਦਾਂ ਨੂੰ ਹਿੰਦੀ ਅੰਗਰੇਜ਼ੀ ਵਿੱਚ ਲਿਖੋ। ਬੱਚਿਓ, ਸਾਨੂੰ ਸ਼ਬਦ ਪੰਜਾਬੀ ਵਿੱਚ ਦਿੱਤੇ ਹਨ, ਇਹਨਾਂ ਦੀ ਅਸੀਂ ਟਰਾਂਸਲੇਸ਼ਨ ਕਰਨੀ ਹੈ ਇੰਗਲਿਸ਼ ਔਰ ਹਿੰਦੀ ਵਿੱਚ। ਪਹਿਲਾ ਹੈ ਵਰਖਾ, ਅੰਗਰੇਜ਼ੀ ਵਿੱਚ ਰੇਨ ਅਤੇ ਹਿੰਦੀ ਵਿੱਚ ਬਾਰਿਸ਼ ਜਾਂ ਬਰਸਾਤ। ਅਗਲਾ ਸ਼ਬਦ ਹੈ ਅਨੋਖਾ, ਅੰਗਰੇਜ਼ੀ ਵਿੱਚ ਲਿਖਾਂਗੇ ਬੱਚਿਓ ਵੰਡਰਫੁਲ ਅਤੇ ਹਿੰਦੀ ਵਿੱਚ ਅਦਭੁਤ। ਅਗਲਾ ਸ਼ਬਦ ਹੈ ਅਖੰਡ, ਇਸ ਦਾ ਅੰਗਰੇਜ਼ੀ ਵਿੱਚ ਹੋਏਗਾ ਵਿਦਆਊਟ ਬ੍ਰੇਕ ਜਾਂ ਕੰਟੀਨਿਊਅਸ ਔਰ ਹਿੰਦੀ ਵਿੱਚ ਹੋਏਗਾ ਅਖੰਡ। ਅਗਲਾ ਸ਼ਬਦ ਹੈ ਰਲ ਕੇ, ਅੰਗਰੇਜ਼ੀ ਵਿੱਚ ਟੁਗੈਦਰ ਔਰ ਹਿੰਦੀ ਵਿੱਚ ਮਿਲ ਜੁਲ ਕਰ। ਅਗਲਾ ਸ਼ਬਦ ਹੈ ਪੰਜਾਬੀ ਦਾ ਵਿਆਹ, ਅੰਗਰੇਜ਼ੀ ਵਿੱਚ ਇਸ ਨੂੰ ਕਹਾਂਗੇ ਮੈਰਿਜ ਅਤੇ ਹਿੰਦੀ ਵਿੱਚ ਵਿਵਾਹ। ਅਗਲੇ ਪ੍ਰਸ਼ਨ ਵਿੱਚ ਬੱਚਿਓ ਸਾਨੂੰ ਕੁਝ ਸ਼ਬਦ ਦਿੱਤੇ ਹਨ, ਅਸੀਂ ਉਹਨਾਂ ਦੇ ਵਚਨ ਬਦਲਨੇ ਹਨ, ਭਾਵ ਇੱਕ ਵਚਨ ਤੋਂ ਬਹੁ ਵਚਨ ਬਣਾਉਣੇ ਹਨ। ਇੱਕ ਵਚਨ ਸਾਨੂੰ ਪਹਿਲਾਂ ਹੀ ਦਿੱਤੇ ਹਨ। ਉਹਨਾਂ ਵਿੱਚੋਂ ਪਹਿਲਾ ਹੈ ਤਿਉਹਾਰ। ਤਿਉਹਾਰ ਦਾ ਬੱਚਿਓ ਬਹੁ ਵਚਨ ਹੋਏਗਾ ਤਿਉਹਾਰਾਂ। ਇਸ ਤੋਂ ਬਾਅਦ ਹੈ ਮੁਟਿਆਰ, ਮੁਟਿਆਰ ਦਾ ਮੁਟਿਆਰਾਂ। ਇਸੇ ਤਰ੍ਹਾਂ ਫੁਹਾਰ, ਫੁਹਾਰ ਨੂੰ ਜਦੋਂ ਆਪਾਂ ਬਹੁ ਵਚਨ ਲਿਖਦੇ ਹਾਂ ਤਾਂ ਇਸ ਨੂੰ ਲਿਖਦੇ ਹਾਂ ਫੁਹਾਰਾਂ। ਰੰਗ ਬਰੰਗੀ ਤੋਂ ਰੰਗ ਬਰੰਗੀਆਂ, ਰੌਣਕ ਤੋਂ ਰੌਣਕਾਂ, ਪਜੇਬ ਤੋਂ ਪਜੇਬਾਂ। ਬਹੁਤ ਆਸਾਨ ਹੈ ਬੱਚਿਓ। ਇਸ ਤੋਂ ਬਾਅਦ ਸਾਨੂੰ ਕੁਝ ਸ਼ਬਦ ਦਿੱਤੇ ਹਨ ਜਿਨ੍ਹਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ, ਭਾਵ ਸਾਨੂੰ ਅਸ਼ੁੱਧ ਸ਼ਬਦ ਦਿੱਤੇ ਹਨ, ਉਹਨਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਉਹਨਾਂ ਵਿੱਚੋਂ ਪਹਿਲਾ ਹੈ ਰੀਝਾਂ। ਜਦੋਂ ਰੀਝਾਂ ਸ਼ਬਦ ਨੂੰ ਲਿਖਦੇ ਹਾਂ ਬੱਚਿਓ, ਰਾਰੇ ਨੂੰ ਬਿਹਾਰੀ ਰੀ, ਝੱਜੇ ਨੂੰ ਕੰਨਾ ਉੱਤੇ ਬਿੰਦੀ, ਰੀਝਾਂ। ਅਗਲਾ ਸ਼ਬਦ ਹੈ ਸੰਧਾਰਾ। ਇੱਥੇ ਦੱਦੇ ਨਾਲ ਲਿਖਿਆ ਗਿਆ ਹੈ। ਸੰਧਾਰਾ ਹੈ ਜਿਹੜਾ ਸ਼ਬਦ ਉਹ ਧੱਦੇ ਨਾਲ ਲਿਖਿਆ ਜਾਂਦਾ ਹੈ। ਸੱਸੇ ਉੱਤੇ ਟਿੱਪੀ, ਧੱਦੇ ਨੂੰ ਕੰਨਾ, ਰਾਰੇ ਨੂੰ ਕੰਨਾ, ਸੰਧਾਰਾ। ਅੱਗੇ ਹੈ ਰੌਣਕਾਂ। ਰੌਣਕਾਂ ਸ਼ਬਦ ਦੇ ਵੀ ਸ਼ਬਦ ਜੋੜ ਗਲਤ ਹਨ, ਇਸ ਨੂੰ ਨੰਨੇ ਨਾਲ ਲਿਖਿਆ ਗਿਆ ਹੈ। ਇਸ ਦਾ ਸਹੀ ਸ਼ਬਦ ਜੋੜ ਹੈ ਨਾਣੇ ਨਾਲ ਲਿਖਿਆ ਜਾਂਦਾ ਹੈ। ਇਸ ਤੋਂ ਬਾਅਦ ਹੈ ਸਾਂਝਾ। ਸਾਂਝਾ ਉਚਾਰਨ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਜੱਜੇ ਨਾਲ ਨਹੀਂ, ਇਸ ਨੂੰ ਝੱਜੇ ਨਾਲ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਹੈ ਮਹਿੰਦੀ। ਮਹਿੰਦੀ ਵੀ ਸ਼ਬਦ ਜੋੜ ਗਲਤ ਹੈ, ਦੁਲਾਵਾਂ ਨਾਲ ਨਹੀਂ, ਇਸ ਵਿੱਚ ਮੰਮਾ ਮੁਕਤਾ ਰਹਿੰਦਾ ਹੈ। ਹਾਹੇ ਨੂੰ ਸਿਹਾਰੀ ਉੱਤੇ ਟਿੱਪੀ, ਦੱਦੇ ਨੂੰ ਬਿਹਾਰੀ ਦੀ, ਮਹਿੰਦੀ। ਠੀਕ ਹੈ ਬੱਚਿਓ, ਇਸ ਤੋਂ ਇਲਾਵਾ ਤੁਸੀਂ ਆਪਣੇ ਘਰਦਿਆਂ ਤੋਂ, ਅਧਿਆਪਕਾਂ ਤੋਂ ਇਸ ਦੇ ਗੀਤਾਂ ਬਾਰੇ, ਇਸ ਦੇ ਇਲਾਕਿਆਂ ਦੇ ਹਿਸਾਬ ਨਾਲ ਰਿਵਾਜ਼ਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਆਪਣਾ ਧਿਆਨ ਰੱਖਿਓ, ਪਾਠ ਅਭਿਆਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ। ਧੰਨਵਾਦ।